ਵਾਹਿਗੁਰੂ ਸਾਹਿਬ ਜੀਓ। ਕਰਮ ਖੰਡ ਕੀ ਬਾਣੀ ਜੋਰ, ਤਿਥੈ ਹੋਰ ਨਾ ਕੋਈ ਹੋਰ। ਧੰਨ ਧੰਨ ਗੁਰੂ ਗਰੀਬ ਨਿਵਾਜ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ, ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਿਸ਼ੇਸ਼ ਇਸ ਪੁੰਨਿਆਂ ਦੇ ਦੀਵਾਨ ਵਿੱਚ ਆਪ ਜੀ ਹਾਜ਼ਰੀ ਭਰ ਰਹੇ ਹੋ। ਰਸ ਭਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਸਮਾਂ ਹੈ ਜੋ ਪਿਛਲੇ ਦਿਨਾਂ ਦੇ ਅੰਦਰ ਅਸੀਂ ਜਪਜੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਦੀ ਆਰੰਭਤਾ ਕੀਤੀ ਸੀ। ਉਸ ਜਪਜੀ ਸਾਹਿਬ ਦੀ ਅੱਜ 37ਵੀਂ ਪੌੜੀ ਜੋ ਹੈ ਆਪਾਂ ਵਿਚਾਰਨੀ ਹੈ। ਬੜੀਆਂ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਨੇ ਸੰਸਾਰ ਦੇ ਜੀਵਾਂ ਉੱਤੇ ਕੀਤੀਆਂ। ਇਹ ਜਪਜੀ ਬਾਣੀ ਸਤਿਗੁਰਾਂ ਦੀ ਸਭ ਤੋਂ ਵੱਡੀ ਰਹਿਮਤ ਹੈ ਮਨੁੱਖਾਂ ਦੇ ਉੱਤੇ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ। ਅੱਜ ਜੋ ਆਪਾਂ ਪੌੜੀ ਵਿਚਾਰਨੀ ਹੈ, ਇਸ ਪੌੜੀ ਦੇ ਅੰਦਰ ਸਾਧ ਸੰਗਤ 2 ਖੰਡਾਂ ਦਾ ਜ਼ਿਕਰ ਹੈ। 5 ਖੰਡ ਹਨ ਜਪਜੀ ਸਾਹਿਬ ਦੇ ਅੰਦਰ। ਧਰਮ ਖੰਡ, ਗਿਆਨ ਖੰਡ, ਸਰਮ ਖੰਡ ਤੇ ਜੋ ਅੱਜ ਆਪਾਂ ਵਿਚਾਰਨੇ ਆ ਕਰਮ ਖੰਡ ਤੇ ਸੱਚ ਖੰਡ। ਸਤਿਗੁਰਾਂ ਨੇ ਧਰਮ ਖੰਡ ਦੇ ਅੰਦਰ ਦੱਸਿਆ ਸੀ ਕਿ ਭਾਈ ਧਰਮਸ਼ਾਲਾ ਹੈ ਧਰਤੀ ਜੋ ਥਾਪੀ ਗਈ ਹੈ ਧਰਮ ਕਮਾਉਣ ਵਾਸਤੇ, ਤੇ ਤੂੰ ਧਰਮ ਕਮਾ। ਤੇ ਜੇ ਧਰਮ ਨਹੀਂ ਕਮਾਵੇਂਗਾ ਤੇ ਤੇਰੇ ਕਰਮਾਂ ਦਾ ਲੇਖਾ ਹੋਵੇਗਾ ਤੇ ਤੈਨੂੰ ਸਜ਼ਾਵਾਂ ਮਿਲਣਗੀਆਂ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਗਿਆਨ ਖੰਡ ਦੇ ਅੰਦਰ ਸਤਿਗੁਰਾਂ ਨੇ ਸਾਡੇ ਹੰਕਾਰੀ ਗਿਆਨ ਨੂੰ ਚੋਟ ਮਾਰੀ। ਜੋ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਤੇ ਜੋ ਮਨੁੱਖਤਾ ਲੜਦੀ ਹੈ ਕਿ ਮੇਰਾ ਇਹ ਭਗਵਾਨ ਹੈ, ਮੇਰਾ ਉਹ ਭਗਵਾਨ ਹੈ, ਸਤਿਗੁਰਾਂ ਨੇ ਗਿਆਨ ਖੰਡ ਦੇ ਅੰਦਰ ਉਹ ਸਾਰਾ ਗਿਆਨ ਜਿਹੜਾ ਸਾਡਾ ਮਨੁੱਖੀ ਗਿਆਨ ਸੀ, ਜੋ ਬੁੱਧੀ ਦਾ ਗਿਆਨ ਸੀ, ਉਹਨੂੰ ਤੋੜ ਦਿੱਤਾ। ਸਤਿਗੁਰਾਂ ਨੇ ਕਿਹਾ ਪਤਾ ਨਹੀਂ ਕਿੰਨੇ ਕੁ ਇਹਨਾਂ ਅਵਤਾਰਾਂ ਵਰਗੇ, ਇਹਨਾਂ ਦੇਵਤਿਆਂ ਵਰਗੇ ਇਸ ਪਰਮਾਤਮਾ ਦੀ ਕੁਦਰਤ 'ਚ ਤੁਰੇ ਫਿਰਦੇ ਆ। ਫਿਰ ਸਤਿਗੁਰਾਂ ਨੇ ਸਰਮਖੰਡ ਦੀ ਗੱਲ ਕੀਤੀ, ਜਿੱਥੇ ਜਗਿਆਸੂ ਦੀ ਸੁਰਤ ਟਿਕ ਜਾਂਦੀ ਹੈ, ਜਿੱਥੇ ਮਨ ਬੁੱਧ ਨਿਰਮਲ ਹੋ ਜਾਂਦੀ ਹੈ। ਤੇ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਮਖੰਡ ਤੇ ਸੱਚਖੰਡ ਦੀ ਜਿਹੜੀ ਆ ਪਾਵਨ ਵਿਚਾਰ ਦੀ ਬਖਸ਼ਿਸ਼ ਕਰਨਗੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰਬਖਸ਼ੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਇਸ ਕਰਮਖੰਡ ਦੇ ਅੰਦਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਕਰਮਖੰਡ ਕੀ ਬਾਣੀ ਜੋਰ। ਇਸ ਕਰਮਖੰਡ ਦੇ ਵਸਨੀਕ ਕਿਵੇਂ ਦੇ ਹਨ? ਇਹਦੀ ਜਿਹੜੀ ਘਾੜਤ ਹੈ ਉਹ ਬੜੀ ਜ਼ੋਰ ਹੈ, ਬੜੀ ਪ੍ਰਬਲ ਹੈ, ਬੜੀ ਤਾਕਤਵਰ ਹੈ। ਬਾਣੀ ਦੇ ਅਰਥ ਕਈਆਂ ਨੇ ਬੋਲ ਵੀ ਕਿਹਾ ਕਿ ਜਿਹੜੇ ਜਗਿਆਸੂ ਕਰਮਖੰਡ ਦੇ ਵਿੱਚ ਵਿਚਰਦੇ ਹਨ। ਕਰਮ ਦਾ ਅਰਥ ਹੁੰਦਾ ਹੈ ਬਖਸ਼ਿਸ਼। ਜਿਹੜੇ ਉਹਦੀ ਬਖਸ਼ਿਸ਼ ਦੇ ਵਿੱਚ ਵਿਚਰਦੇ ਹਨ, ਜਿਨ੍ਹਾਂ ਦੇ ਉੱਤੇ ਖਾਸ ਰਹਿਮਤ ਹੁੰਦੀ ਹੈ, ਜਿਨ੍ਹਾਂ ਦੇ ਉੱਤੇ ਉਸ ਅਕਾਲ ਪੁਰਖ ਦਾ ਫਜ਼ਲ ਹੁੰਦਾ ਹੈ, ਕਰਮ ਹੁੰਦਾ ਹੈ, ਬਖਸ਼ਿਸ਼ ਹੁੰਦੀ ਹੈ,
ਉਹਨਾਂ ਦੀ ਬਾਣੀ ਦਾ ਅਰਥ ਉਹਨਾਂ ਦੇ ਬੋਲ, ਕਹਿੰਦੇ ਉਹਨਾਂ ਦੇ ਬੋਲਾਂ ਦੇ ਵਿੱਚ ਬੜਾ ਜ਼ੋਰ ਹੁੰਦਾ। ਉਹ ਜਦੋਂ ਕਿਸੇ ਨੂੰ ਕੋਈ ਬੋਲ ਕਹਿ ਦੇਣਾ ਉਹ ਸੰਪੂਰਨ ਹੋ ਜਾਂਦਾ ਹੈ। ਇਹ ਵੀ ਅਰਥ ਦੇ ਕੀਤੇ ਜਾਂਦੇ। ਕਰਮ ਖੰਡ ਕੀ ਬਾਣੀ ਜੋਰ, ਬਾਣੀ ਦਾ ਅਰਥ ਜਿਹੜਾ ਹੈ ਉਹ ਘਾੜਤ ਵੀ ਕੀਤਾ ਜਾਂਦਾ ਹੈ ਕਿ ਇਸ ਖੰਡ ਦੀ ਜਿਹੜੀ ਘਾੜਤ ਹੈ ਕਰਮ ਖੰਡ ਦੀ, ਉਹ ਬੜੀ ਬਲਵਾਨ ਹੈ, ਬੜੀ ਬਲ ਵਾਲੀ ਹੈ। ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੇ ਕੋਈ ਨਹੀਂ ਹੈ ਹੋਰ ਤੋਂ ਭਾਵ ਜਿਹੜੇ ਕਰਮ ਕਮਾਉਣ ਵਾਲੇ ਮਨੁੱਖ, ਜਿਹੜੇ ਵਿਕਾਰਾਂ 'ਚ ਖਚਿਤ ਹਨ, ਉਹ ਇੱਥੇ ਨਹੀਂ ਪਹੁੰਚਦੇ। ਕਰਮ ਖੰਡ ਕੀ ਬਾਣੀ ਜੋਰ, ਕਿੱਥੈ ਹੋਰ ਨਾ ਕੋਈ ਹੋਰ। ਫਿਰ ਸਤਿਗੁਰੂ ਉੱਥੇ ਹੁੰਦਾ ਕੌਣ ਹੈ? ਤੇ ਸਤਿਗੁਰੂ ਬਖਸ਼ਿਸ਼ ਕਰਦੇ ਆ, ਤਿੱਥੈ ਜੋਧ ਮਹਾਬਲ ਸੂਰ, ਉੱਥੇ ਸੂਰਮੇ ਪਹੁੰਚਦੇ ਹਨ। ਜਿਨ੍ਹਾਂ 'ਤੇ ਬਖਸ਼ਿਸ਼ ਹੁੰਦੀ ਹੈ ਉਹ ਸੂਰਮੇ ਬਣ ਜਾਂਦੇ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਵਿਚਾਰੀਏ ਕਿ ਮਹਾਬਲੀ ਸੂਰਮੇ ਹੁੰਦੇ ਕੌਣ ਹੈ। ਸਾਧ ਸੰਗਤ, ਦੋ ਤਰ੍ਹਾਂ ਦੀਆਂ ਜੰਗਾਂ ਜਿਹੜੀਆਂ ਮੰਨੀਆਂ ਗਈਆਂ। ਇੱਕ ਤੇ ਬਾਹਰੀ ਜੰਗ ਆਪਾਂ ਦੇਖਦੇ ਹਾਂ, ਕੋਈ ਵੀ ਮਨੁੱਖ ਦੂਸਰੇ ਨਾਲ ਲੜ ਪੈਂਦਾ ਅਤੇ ਇਹ ਵੀ ਜਿਹੜਾ ਆ ਭਾਵੇਂ ਕੋਈ ਕਿਸੇ ਨਾਲ ਲੜ ਪਵੇ ਇਹਨੂੰ ਜੰਗ ਨਹੀਂ ਕਿਹਾ ਜਾਂਦਾ। ਅਸਲ ਧਰਮੀ ਜੰਗ ਉਹ ਹੁੰਦੀ ਹੈ ਜਿਹੜਾ ਮਨੁੱਖ ਕਿਸੇ ਦੇ ਵਾਸਤੇ, ਆਪਣੇ ਇਸ਼ਟ ਵਾਸਤੇ ਜਾਂ ਆਪਣੇ ਧਰਮ ਵਾਸਤੇ ਲੜ ਕੇ ਪ੍ਰਵਾਨ ਹੋਵੇ, ਉਹਨੂੰ ਯੋਧਾ, ਉਹਨੂੰ ਸੂਰਮਾ ਕਿਹਾ ਜਾਂਦਾ। ਇੱਕ ਤੇ ਇਹ ਜੰਗ ਹੁੰਦੀ ਹੈ ਅਤੇ ਦੂਸਰੀ ਜੰਗ ਸਾਡੇ ਅੰਦਰਲੀ ਜੰਗ ਹੈ, ਵਿਕਾਰਾਂ ਨਾਲ ਸਾਡੀ ਜੰਗ, ਜਿੱਥੇ ਸਾਡਾ ਵਿਕਾਰਾਂ ਨਾਲ ਵਾਹ ਪੈਂਦਾ। ਸੰਸਾਰ ਦੇ ਵਿੱਚ ਮਨੁੱਖ ਕਈ ਵਾਰੀ ਦੂਸਰੇ ਨੂੰ ਜਿੱਤਣ ਵਾਲੇ ਆਪਣੇ ਮਨ ਤੋਂ ਹਾਰ ਜਾਂਦੇ ਆ। ਦੂਸਰਿਆਂ ਉੱਤੇ ਜਿੱਤ ਪ੍ਰਾਪਤ ਕਰਨ ਵਾਲੇ ਨਾ ਕਈ ਵਾਰੀ ਆਪਣੇ ਮਨ ਕੋਲੋਂ ਹਾਰ ਜਾਂਦੇ ਆ, ਉਹਨਾਂ ਨੂੰ ਸੂਰਮੇ ਨਹੀਂ ਕਿਹਾ ਜਾਂਦਾ। ਸੂਰਮੇ ਕੌਣ ਹਨ? ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੇ। ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੂੰ ਨਾਮ ਦਾ ਰੰਗ ਲੱਗਾ ਹੋਇਆ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਅਤ ਹੈ ਸੂਰਾ। ਉਹ ਸੂਰਮਾ ਹੈ, ਉਹ ਸੂਰਮਾ ਹੈ ਜਿਹਨੂੰ ਇਸ ਸੰਸਾਰ ਦੇ ਉੱਤੇ ਪਰਮਾਤਮਾ ਦੇ ਨਾਮ ਦਾ ਰੰਗ ਲੱਗਾ। ਆਤਮ ਜਿਨੈ ਸਗਲ ਵਸ ਤਾਂ ਕੇ, ਜਿਹਨੇ ਆਤਮ ਜਿਨੈ ਸਗਲ ਵਸ ਤਾਂ ਕੈ, ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ। ਸ਼ਰਣੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ, ਤਿੱਥੈ ਜੋਧ ਮਹਾਬਲ ਸੂਰ। ਸਹਿਜ ਸਮਾਵਨ ਸੰਗ, ਉਹ ਸੰਗ ਰਹਿੰਦੇ ਹਨ, ਉਹ ਕਰਮ ਖੰਡ ਦੇ ਵਿੱਚ ਵਿਚਰਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਕਿ ਗਗਨ ਦਮਾਮਾ ਬਾਜਿਓ, ਪੜ੍ਹਦੇ ਆ ਨਾ ਅਸੀਂ, ਇਹ ਵੀ ਦੋ ਤਰ੍ਹਾਂ ਦੀ ਜੰਗ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਜਿਨ੍ਹਾਂ ਦੇ ਗਗਨ ਦੇ ਅੰਦਰ ਦਮਾਮਾ, ਜਿਨ੍ਹਾਂ ਦੇ ਨਗਾਰਾ ਵੱਜਾ, ਜਿਨ੍ਹਾਂ ਦੀ ਦਸਮ ਦੁਆਰ ਸੁਰਤ ਦੇ ਅੰਦਰ, ਉਹਨਾਂ ਨੂੰ ਪਤਾ ਲੱਗ ਗਿਆ, ਉਹਨਾਂ ਦੇ ਮਨ ਦੇ ਉੱਤੇ ਘਾਓ ਹੋਇਆ ਕਿ ਹਾਂ ਲੜਨ ਮਰਨਾ ਹੈ ਵਿਕਾਰਾਂ ਦੇ ਨਾਲ। ਫਿਰ ਉਹ ਲੜੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਉਹ ਫਿਰ ਜੂਝੇ ਵਿਕਾਰਾਂ ਦੇ ਨਾਲ ਵੀ, ਅਤੇ ਬਾਹਰ ਜਿਹੜੇ ਸੰਸਾਰ ਦੇ ਲੋਕ ਜਿਹੜੇ ਦੀਨਾਂ ਨੂੰ ਦੁਖੀ ਕਰਨ ਵਾਲੇ ਸੀ, ਮਾੜਿਆਂ ਨੂੰ ਦੁਖੀ ਕਰਨ ਵਾਲੇ, ਉਹਨਾਂ ਨਾਲ ਵੀ ਲੜੇ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ। ਸੂਰਾ ਸੋ ਪਹਿਚਾਨੀਐ, ਕੌਣ ਹੈ ਸੂਰਮਾ, ਕੌਣ ਹੈ ਮਹਾਬਲੀ, ਕੌਣ ਹੈ ਜੋਧਾ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਜਿਹੜਾ ਧਰਮ ਦੀ ਖਾਤਰ, ਜਿਹੜਾ ਗਰੀਬਾਂ ਦੀ ਖਾਤਰ ਲੜੇ, ਉਹ ਸੂਰਮਾ ਹੈ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਤੇ ਕੀ ਮੈਦਾਨ ਛੱਡ ਜਾਵੇ। ਸਤਿਗੁਰੂ ਕਹਿੰਦੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੈ ਖੇਤ। ਭਾਵੇਂ ਅੰਦਰ ਵਿਕਾਰ ਜਿੰਨਾ ਮਰਜ਼ੀ ਤੰਗ ਕਰਨ, ਉਹ ਗੁਰੂ ਦਾ ਦਰ ਨਹੀਂ ਛੱਡਦਾ, ਉਹ ਗੁਰੂ ਦੇ ਕੋਲ ਆਉਣਾ ਨਹੀਂ ਛੱਡਦਾ, ਉਹ ਬਾਣੀ ਪੜ੍ਹਨੀ ਨਹੀਂ ਛੱਡਦਾ, ਉਹ ਸਿਮਰਨ ਕਰਨਾ ਨਹੀਂ ਛੱਡਦਾ, ਉਹ ਨਾਮ ਜਪਣਾ ਨਹੀਂ ਛੱਡਦਾ, ਭਾਵੇਂ ਪੁਰਜਾ ਪੁਰਜਾ ਵਿਕਾਰ ਕਿਉਂ ਨਾ ਕਰਦੇ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਭਾਵੇਂ ਉਹਦਾ ਸੀਸ ਕਿਉਂ ਨਾ ਲੈ ਜਾਵੇ, ਉਹ ਸੀਸ ਵੀ ਤਲੀ ਦੇ ਉੱਤੇ ਧਰ ਕੇ ਫਿਰ ਅੱਗੇ ਹੋ ਕੇ ਲੜਦਾ ਹੈ ਬਾਬਾ ਦੀਪ ਸਿੰਘ। ਪੁਰਜਾ ਪੁਰਜਾ ਕੱਟ ਮਰੇ, ਦੋ ਤਰ੍ਹਾਂ ਦੀਆਂ ਜੰਗਾਂ ਦੀ ਮੈਂ ਗੱਲ ਕਰ ਰਿਹਾ। ਅੰਦਰ ਵੀ ਇੱਕ ਜੰਗ ਚੱਲ ਰਹੀ ਹੈ, ਵਿਕਾਰ ਰੋਜ਼ ਧਾਉਂਦੇ ਆ ਸਾਨੂੰ, ਅਤੇ ਇੱਕ ਬਾਹਰੀ ਜੰਗ ਵੀ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਮਜ਼ਲੂਮਾਂ ਦੀ ਰੱਖਿਆ ਕਰਨੀ। ਦੋ ਤਰ੍ਹਾਂ ਦੀਆਂ ਜੰਗਾਂ ਦਾ ਜ਼ਿਕਰ ਹੈ।
कौन है सूरमा ਜਿਹੜਾ अंदर अपने मन के उत्ते जित प्राप्त कर लैंदा। ਉਹਦੀ ਗੱਲ सतगुरां ने की है जिन्हें हिरदे नूं जित लिया। गुरु गोबिंद सिंह साहब सच्चे पातशाह जी बख्शिश करते हैं, कहते धन जियो ते को जग में मुख ते हर चित्त में युद्ध विचारे। चित्त में अपने अंदर युद्ध लड़े विकारां दे नाल, मुख ते हरी जपे मन दे विच युद्ध विचारे, वो सूरमा है। धन जियो ते को जग में मुख ते हर चित्त में युद्ध विचारे। देह अनित न नित रहे जस नाव चढ़े भव सागर तारे। धीरज धाम बनाए यह तन बुद्ध सो दीपक ज्यों उजियारे। ज्ञानी की बडनी हाथ लो मनो कातर ताकतवार बुहारे। कढ़ दे विकारां नूं अपने हिरदे दे विचों, जिवें झाड़ू दे नाल गंदगी साफ करीदी है ना। सतगुरु गुरु गोबिंद सिंह जी कहते झाड़ू लैके ना नाम का ते अपने हिरदे दे विचों विकारां नूं कढ़ दे, तू फिर सूरमा कहाउण दे योग है। सतगुरां ने अज ये बख्शिश की है, तिथै जोध महाबल सूर। सूरमे हन उत्थे वसदे जिन्हां दे ते विशेष बख्शिश हुंदी है काल पुरख की। तिथै जोध महाबल सूर, होर नहीं उत्थे कोई वसदा, उत्थे योधे वसदे हन, सूरमे वसदे हन जिन्हां ने अपने मन दे उत्ते विकारां दे उत्ते जित प्राप्त कर ली है। जिन्हां दी बाबत सतगुरां ने कहा मन जीते जग जीत। जिन्हां ने मन नूं जित लिया, जिन्हां ने जग नूं जित लिया, ये ओ सूरमे हन। उन्हां दी गल कीती है। तिथै जोध महाबल सूर, फिर जी तिन मैं राम रहिया भरपूर। उन्हां दे अंदर, उन्हां दे हिरदे विच राम परिपूर होया पिया, पूरा नक्को नक जिन्हों कहिंदे भरिया पिया है। होर कोई राम तो बिना, अकाल पुरख तो बिना, परमात्मा तो बिना, उस रमे हुए राम तो बिना उन्हां दे हिरदे विच होर कोई नहीं आ सकता। भरपूर है, जदों कोई भांडा भरिया होवे ना, उहदे विच होर कोई वस्तु नहीं होर पै सकदी। ते सतगुरु बख्शिश करदे जिन्हां दा अंदर भरिया गया नाम दे नाल, ਜਿਹੜੇ परमात्मा के नाम के नाल भरे गए, भरपूर हो गए, उत्ते फिर कोई होर दखल नहीं दे सकता। तिन मैं राम रहया भरपूर, तिथै सीतो सीता महिमा माहे। फिर वो महिमा दे विच सीते गए परमात्मा की महिमा दे विच। वो दिन रात उहदा गुण गान करके उहदे विच ही परोते गए। तो फिर उस जदों महिमा दे विच परोते गए, फिर वो पाटे नहीं। सतगुरु कहते सच पुराना होवे ना ही सीता कदे ना पाटे, वो फिर पाटदे नहीं। ऐसे सीते गए परमात्मा के नाम दे विच। सीतो सीता, वो परमात्मा के नाम च सीते गए। इत्थे आपां सीता शब्द नहीं वरतना, सीतो सीता भाव सीते गए परमात्मा के नाम दे विच, उहदी महिमा दे विच, ताके रूप न कथने जाए। उन्हां दे रूप कथने नहीं जा सकते। उन्हां दे अंदर किन्ना आनंद है, ये उन्हां नूं पता है। दूसरा मनुख दी की व्याख्या करेगा, दूसरा नहीं जानता वो किहड़ी अवस्था दे विच विचर रहा, जिन्हां दे उत्ते विशेष बख्शिश है परमात्मा दी। ताके रूप न कथने जाहे, उन्हां दे रूप जिहड़े वो कथे नहीं जा सकते कि वो किवें दे हन, किवें दा उन्हां दा हिरदा टिकिया है, किस अवस्था दे विच हन, उन्हां दे बारे सतगुर कहंदे कहा नहीं जा सकता। ताके रूप न कथने जाहे, ना ओहे मरह ना ठगे जाहे। ना ही वो मरदे आ ते ना ही ठगे जाते। भाई तारू सिंह मर गया नहीं, वो अज भी साडे विच हन। आपां याद कीता ना पिछे भाई तारू सिंह जी का नंगिया शहीदी दिहाड़ा याद किया, वो अज भी साडे विच हन। उन्हां दीयां बबाणियां कहानियां असीं करदे हां, वो सदा लई जीवित हो जाते आ। बाबा दीप सिंह जी सदा लई जीवित हो जाए। वो सूरमे जिन्हां ने नाम जपिया, जिन्हां ते विशेष बख्शिश हो गई, सतगुरु कहते वो मरदे भी नहीं ते ना ठागे जाहे। उन्हां नूं माया भी नहीं ठगदी, उन्हां नूं विकार भी नहीं ठगदे। वो कदी भी अपने मन नूं डलाउंदे नहीं, जिन्हां दे उत्ते विशेष बख्शिश हुंदी है, जिन्हां दे उत्ते परमात्मा दा फजल हुंदा है, जिन्हां दे उत्ते उहदी किरपा हुंदी है। सतगुरु कहंदे ना ओहे मरह ना ठागे जाहे, जिनकै राम वसै मन माहे। जिन्हां दे हिरदे विच परिपूर्ण परमात्मा, जिन्हां दे हिरदे विच रमिया होया राम वस जांदा है ना, वो जिहड़ा इस संसार दे उत्ते ना ठगे जांदे हन ते ना ही वो मारे जाते हैं। जिनकै राम वसै मन माहे, तिथै भगत वसै के लो। ये सतगुरु उस जगह के उत्ते सिर्फ इस धर्मशाला दे ही जीव वसते हैं, इस धर्मशाला दे ही भगत वसते हैं, इस धर्मशाला दे सूरमे वसते हैं। सतगुरु कहते नहीं,
तिथै भगत वसै केलो। पता नहीं किन्नियां क लोहां किन्नियां क ब्रह्मंडां दे भगत जन उस जगह के उत्ते वसदे हैं जिन्हां दे उत्ते विशेष कृपा है। इस ब्रह्मंड दे नहीं, इस धरती दे नहीं, होर पता नहीं किन्नियां मंडलां दे किन्नियां क ब्रह्मंडां दे जिहड़े हन भगत इस जगह के उत्ते वसदे जिन्हां ते विशेष कृपा हुंदी है। आपां पढ़िया सी ना, केतिया करम भूमि मेर। वो जिहड़ी केतियां करम यही धरती ने, यही कर्म भूमि नहीं, वो जिहड़ियां केतियां कर्म भूमियां हन उन्हां दे विचों भी ये भगत आके इत्थे वसदे आ। तिथै भगत वसै के लो। पता नहीं किन्नियां ब्रह्मंडां दे लोक किन्नियां क ब्रह्मंडां दे भगत इस जगह दे उत्ते इस कर्म खंड अंदर वसदे हन। तिथै भगत वसै के लो करह आनंद सच्चा मन सोए। उन्हां दे मन दे विच सच्चा है ते वो आनंद प्राप्त कर रहे हैं, वो आनंद की अवस्था दे विच विचर रहे हैं, जिस दी गल आपां कल सर्म खंड च कीती सी कि वो आनंदमई खंड है, उत्थे आनंद है, सुरत टिक जाती है, मन बुद्ध निर्मल हो जाती है। उस अवस्था दे विच वो जगियासू वो भगत जन वो सूरमे जिहड़े विचरदे आ, वो सच्चा मन है उन्हां दे विच परमात्मा जिहड़ा उन्हां दे मन च समाया होया है सच्चा, ते वो आनंद जिहड़ा है वो प्राप्त करे आनंद सच्चा मन सोए। उन्हां दे हिरदे च सच्चा प्रभु वसिया होया है ते आनंद प्राप्त कर रहे। सचखंड वसै निरंकार। सतगुरु बख्शिश करदे उन सचखंड की गल कि उस सचखंड दे विच उस दरबार दे विच जो है वो परिपूर्ण परमात्मा जिहड़ा वो वस रहा है। मैं इत्थे जिक्र कर जावां कि सचखंड की ते कर्मखंड की इक्को ही पौड़ी है, वक्रियां वक्रियां पौड़ियां नहीं, इक्को पौड़ी दे विच दो खंड आए हैं। ते भाई रणधीर सिंह जो हैं उन्होंने बड़ा सुंदर ये बारे लिखिया। वो कहते सचखंड कह लो जिमें कोई दरबार लगा हो, तो कर्मखंड कह लो जिमें कोई वरांडा हो उस दरबार के बाहर, है तो इक्को ही जगह पर ना, बाहरला बरांडा ला लो तो एक कमरा ला लो, कह लो कि जिमें एक दरबार लगा आया उन्होंने आप सचखंड कह लीए, तो जोड़ा बाहर वाला वरांडा है तो उन्होंने आप कर्मखंड कह लीए। ये भाई रणधीर सिंह जिहड़े हैं खंड कीर्तनी उन्होंने गल लिखी है। सो कहण तो भाव ये दोवें ही कर्मखंड ते सचखंड इक्को ही पौड़ी दे विच हन, जिथे भगत सोंदे हन, जिस जगह के उत्ते सूरमे सोंदे हन, उसे ही दरबार च सचखंड है। सचखंड वसै निरंकार। और निरंकार अकाल पुरख परमात्मा उस सचखंड दे विच सोभ रहा है। कर कर वेख्या नदर निहाल। वो बना रहा है सृष्टि नूं, कर कर वेख्या नदर निहाल रहा अपनिया चीज़ों को बना के, अपने मनुखों को बना के, अपने जीवां को बना के, अनेकां भवन साज के, अनेकां ब्रह्मंड साज के वो उन्होंने देख रहा निहाल रहा है। सचखंड वसै निरंकार कर कर वेख्या नदर निहाल। नदर दे नाल बख्शिश दे नाल वेख रहा है। कर कर वेखे नदर निहाल। तिथै खंड मंडल वर भंड। उस जगह के उत्ते कई खंड हैं, कई महादीप हैं। तिथै खंड मंडल वर भंड, कई उपग्रह कई ग्रह हैं उस जगह के उत्ते। सतगुरां ने कितनी विशालता दसी है। कोई ये नहीं कि इस पृथ्वी की गल की है, पता नहीं सतगुरु कहते उत्थे किन्नी क जिहड़ी जगह है उत्थे किन्ने क ब्रह्मंड किन्ने क खंड हैं उस जगह के उत्ते। तिथै खंड मंडल वर भंड जे को कथै ता अंत ना अंत। सतगुरां ने कहा जे कोई कथन का यतन करे ना तो तां भी उहदा अंत नहीं पाया जा सकता। उन्हां ब्रह्मंडां दा उन्हां खंडां दा कोई अंत नहीं पाया जा सकता। जे को कथै ता अंत ना अंत। तिथै लो लो आकार। उस जगह के उत्ते बेअंत भवन बेअंत आकार हैं, बेअंत मंडल हैं। तिथै लो लो आकार। कई जीव हैं, कई लोग हैं उस जगह के उत्ते, जिस जगह के उत्ते परमात्मा सृष्टि नूं साज रहा है। तिथै लो लो आकार। जिव जिव हुक्म तिवै तिवकार। जिवें जिवें उस अकाल पुरख का हुक्म है तिवें तिवें ये जिहड़ी कार चलती है, तिवें तिवें वो साज रहा है, बना रहा है तो विनाश कर रहा है। ये सचखंड की गल है। जिव जिव हुक्म तिवै तिवकार। वेखै विगसै कर विचार। वो सृष्टि का इन्ना वड्डा खलारा खलार के कभी दुखी नहीं हुंदा। मनुख किते एक काम तो बाद दूसरा काम शुरू कर लवे ना, कहता मैं तो फस ही गया, मैनू तो बड़ी टेंशन है इस काम की। पर सतगुरु बख्शिश करते कहते वेखै विगसै कर विचार। वो वेख के विगस रहा है। खिड़ाओ वाला दा सुभाव है
ਖਿੜ ਰਿਹਾ ਹੈ, ਕਿ ਉਹ ਆਪਣੀ ਸ੍ਰਿਸ਼ਟੀ ਨੂੰ ਸਾਜ ਰਿਹਾ ਹੈ, ਹੋਰ ਬਣਾ ਰਿਹਾ ਹੈ, ਬਣਾ ਕੇ ਵਿਸ਼ਾਲਤਾ ਦੇ ਵਿੱਚ ਫੈਲ ਰਿਹਾ ਹੈ ਤੇ ਨਾਲ ਹੀ ਵਿਗਸ ਰਿਹਾ ਹੈ, ਖੜਾਓ ਦੇ ਵਿੱਚ ਹੈ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਸਤਿਗੁਰੂ ਹੋਰ ਦੱਸੋ ਸੱਚਖੰਡ ਬਾਰੇ। ਸਤਿਗੁਰੂ ਕਹਿੰਦੇ ਸੱਚਖੰਡ ਬਾਰੇ ਹੋਰ ਦੱਸਿਆ ਨਹੀਂ ਜਾ ਸਕਦਾ। ਕਿਉਂ? ਸਤਿਗੁਰੂ ਕਹਿੰਦੇ ਇਵੇਂ ਆ ਜਿਵੇਂ ਕੋਈ ਲੋਹੇ ਦੀ ਡਲੀ ਦੰਦਾਂ ਦੇ ਹੇਠਾਂ ਦਬਾ ਕੇ ਵਾਰ-ਵਾਰ ਚੱਬੀ ਜਾਈਏ। ਕਿੰਨਾ ਦੁੱਖ ਹੁੰਦਾ ਜੇ ਕੋਈ ਮਨੁੱਖ ਇੱਕ ਲੋਹੇ ਦੀ ਡਲੀ ਲੈ ਕੇ, ਲੋਹਾ ਲੈ ਕੇ ਉਹਨੂੰ ਚਬਾਉਣ ਦਾ ਯਤਨ ਕਰੇ, ਚੱਬਿਆ ਨਹੀਂ ਜਾ ਸਕਦਾ। ਸਤਿਗੁਰੂ ਕਹਿੰਦੇ ਸਾਰ ਦਾ ਅਰਥ ਹੁੰਦਾ ਹੈ ਲੋਹਾ। ਸਤਿਗੁਰੂ ਕਹਿੰਦੇ ਕਰੜਾ ਸਾਰ ਹੈ ਸੱਚਖੰਡ ਦੀਆਂ ਬਾਤਾਂ ਕਰਨੀਆਂ। ਇਹ ਤੇ ਬੁੱਧੀ ਤੋਂ ਪਾਰ ਦੀਆਂ ਉਡਾਰੀਆਂ, ਜਿਵੇਂ ਆਪਾਂ ਕੱਲ੍ਹ ਵਿਚਾਰ ਕੀਤੀ। ਇਹ ਬੁੱਧੀ ਤੋਂ ਪਾਰ ਦੀਆਂ ਉਡਾਰੀਆਂ, ਪਤਾ ਨਹੀਂ ਉਹ ਕਿੰਨੇ ਕੁ ਬ੍ਰਹਿਮੰਡ ਸਾਜ ਕੇ ਉਹਨਾਂ ਨੂੰ ਨਾਸ਼ ਕਰ ਰਿਹਾ ਹੈ ਤੇ ਕਿੰਨੇ ਕੁ ਉਸ ਜਗ੍ਹਾ ਦੇ ਉੱਤੇ ਬਣਾ ਰਿਹਾ ਹੈ। ਕਿੰਨੇ ਕੁ ਲੋਕ, ਕਿੰਨੇ ਕੁ ਭਗਤ ਉਸ ਜਗ੍ਹਾ ਦੇ ਉੱਤੇ ਵਸਦੇ ਆ ਜਿੱਥੇ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਸਾਰੇ ਕਾਰਜ ਚਲਾ ਰਿਹਾ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਅੱਜ ਇਸ ਦੋ ਖੰਡਾਂ ਦੇ ਅੰਦਰ ਕਿ ਭਾਈ ਉਹ ਅਕਾਲ ਪੁਰਖ ਦੀ ਜਿਹਦੇ ਉੱਤੇ ਵਿਸ਼ੇਸ਼ ਕਿਰਪਾ ਹੁੰਦੀ ਆ, ਜਿਹਦੇ ਉੱਤੇ ਵਿਸ਼ੇਸ਼ ਬਖਸ਼ਿਸ਼ ਹੁੰਦੀ ਆ, ਉਹੀ ਭਗਤ ਜਨ, ਉਹੀ ਸੂਰਮੇ ਜਿਹੜੇ ਆ ਉਹਦੇ ਦਰ ਦੇ ਉੱਤੇ ਪ੍ਰਗਟ ਹੁੰਦੇ ਆ। ਉਹੀ ਉਹਦੇ ਦਰ ਦੇ ਉੱਤੇ ਪੰਚ ਪ੍ਰਵਾਨ ਗਿਣੇ ਜਾਂਦੇ ਆ। ਉਹੀ ਉਹਦੇ ਦਰ ਦੇ ਉੱਤੇ ਸੰਤ ਭਗਤ ਗਿਣੇ ਜਾਂਦੇ ਆ। ਅਤੇ ਉਹ ਜਿਹੜਾ ਅਕਾਲ ਪੁਰਖ ਪਰਮਾਤਮਾ ਸੱਚਖੰਡ ਦੇ ਵਿੱਚ ਹੈ, ਉਹ ਸੱਚਖੰਡ ਦੇ ਵਿੱਚ ਬੈਠਾ ਹੋਇਆ ਨਿਰੰਕਾਰ ਹੈ। ਨਿਰੰਕਾਰ ਜਿਹੜਾ ਹੈ ਸਰਗੁਣ ਰੂਪ ਹੋ ਕੇ ਸ੍ਰਿਸ਼ਟੀ ਨੂੰ ਸਾਜ ਰਿਹਾ ਹੈ, ਸਾਜ ਕੇ ਵਿਨਾਸ਼ ਕਰ ਰਿਹਾ ਹੈ। ਅਤੇ ਇਹਦਾ ਜੇ ਕਥਨ ਕਰੀਏ ਤਾਂ ਇਹਦਾ ਕਥਨ ਨਹੀਂ ਹੋ ਸਕਦਾ। ਕਥਨ ਇਵੇਂ ਹੈ ਜਿਵੇਂ ਕੋਈ ਬੰਦਾ ਲੋਹੇ ਦੀ ਡਲੀ ਆਪਣੇ ਦੰਦਾਂ ਨਾਲ ਚਬਾਉਣ ਲੱਗ ਜਾਏ। ਇੰਨਾ ਕਠਿਨ ਹੈ ਇਹਦਾ ਸਾਰ, ਇੰਨਾ ਕਠਿਨ ਹੈ ਇਸ ਨੂੰ ਕਹਿਣਾ। ਸੋ ਸਾਧ ਸੰਗਤ ਇਹ ਆਪਾਂ ਅੱਜ ਜਿਹੜੇ ਆ ਕਰਮਖੰਡ ਅਤੇ ਸੱਚਖੰਡ ਵਿਚਾਰੇ ਆ। ਕੱਲ੍ਹ ਨੂੰ ਆਪਾਂ ਜਤ ਪਹਾਰਾ ਧੀਰਜ ਸੁਨਿਆਰ ਇਸ ਪੌੜੀ ਨੂੰ ਵਿਚਾਰਨਾ ਹੈ। ਆਖਰੀ ਪੌੜੀ 38ਵੀਂ, ਇਹਨੂੰ ਵਿਚਾਰਨਾ। ਇਹਦੇ ਵਿੱਚ ਸਾਡੀ ਸਮੁੱਚੀ ਗੁਰਮਤ ਦੀ ਰਹਿਤ ਆਉਂਦੀ ਹੈ। ਕਿਵੇਂ ਸਤਿਗੁਰਾਂ ਨੇ ਕਿਹਾ ਇੱਕ ਸਿੱਖ ਦਾ ਜੀਵਨ ਹੋਣਾ ਚਾਹੀਦਾ, ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਫਿਰ ਸ਼ਲੋਕ ਅਤੇ 5 ਤਰੀਕ ਨੂੰ ਆਪਾਂ ਜਿਹੜੀ ਹੈ ਇਹ ਸਾਰੀ ਸਮਾਪਤੀ ਕਰ ਦੇਣੀ ਹੈ। ਸੋ ਅੱਜ ਇੱਕ ਜੋ ਖਾਸ ਹੁਕਮ ਹੋਇਆ ਸੀ ਕਿ ਦਿਹਾੜਾ ਹੈ ਪੁੰਨਿਆਂ ਦਾ, ਰੱਖੜ ਪੁੰਨਿਆਂ ਦੇ ਨਾਮ ਨਾਲ ਇਹ ਗੱਲ ਕਹੀ ਜਾਂਦੀ ਹੈ। ਅਤੇ ਮੈਨੂੰ ਕਿਹਾ ਗਿਆ ਸੀ ਰੱਖੜੀ ਦੇ ਉੱਪਰ ਵੀ ਕੁਝ ਬੋਲੋ, ਅਤੇ ਮੈਂ ਇਹੀ ਗੱਲ ਕਹਾਂਗਾ ਕਿ ਅਸਲ ਦੇ ਵਿੱਚ ਇਹ ਸਾਡਾ ਗੁਰਮਤ ਦਾ ਸਿਧਾਂਤ ਨਹੀਂ ਹੈ। ਰੱਖੜੀ ਬੰਨ੍ਹਣੀ ਜਾਂ ਧਾਗਾ ਆਪਣੇ ਗੁੱਟ ਦੇ ਉੱਤੇ ਬੰਨ੍ਹਣਾ, ਇਹ ਸਾਡਾ ਕੋਈ ਗੁਰਮਤ ਦਾ ਸਿਧਾਂਤ ਨਹੀਂ ਹੈ। ਗੁਰਮਤ ਨਹੀਂ ਇਸ ਗੱਲ ਨੂੰ ਮੰਨਦੀ, ਕਿਉਂਕਿ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਕਿ ਉਹ ਪਰਮਾਤਮਾ ਜਿਹੜਾ ਨਾ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਰਖਵਾਲਾ ਪਰਮਾਤਮਾ ਹੈ, ਰੱਖਣ ਵਾਲਾ ਅਕਾਲ ਪੁਰਖ ਹੈ। ਹੋਰ ਕੋਈ ਵੀ ਕਿਸੇ ਨੂੰ ਨਹੀਂ ਰੱਖ ਸਕਦਾ। ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਹੀ ਰੱਖਿਆ ਕਰਨ ਵਾਲਾ ਹੈ। ਹੋਰ ਕੋਈ ਮਨੁੱਖ ਕਿਸੇ ਦੀ ਕੋਈ ਰੱਖਿਆ ਨਹੀਂ ਕਰ ਸਕਦਾ। ਹਾਂ, ਪੂਰਵ ਜਨਮ ਕੇ ਮਿਲੇ ਸੰਜੋਗਾ ਅੰਤੇ ਕੋ ਨਾ ਸਹਾਈ। ਇਹ ਜਿਹੜਾ ਭਾਈ ਬੰਧਪ, ਇਹ ਜਿੰਨੇ ਵੀ ਸਾਨੂੰ ਰਿਸ਼ਤੇ ਮਿਲੇ ਆ ਨਾ, ਇਹ ਸਾਨੂੰ ਪੂਰਵ ਜਨਮਾਂ ਦੇ ਮਿਲੇ ਆ, ਪਰ ਅੰਤ ਵੇਲੇ ਸਹਾਈ ਨਹੀਂ ਹੋਣਗੇ। ਅਤੇ ਪਰ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਰਖਵਾਲਾ ਸਿਰਫ ਅਤੇ ਸਿਰਫ ਉਹ ਅਕਾਲ ਪੁਰਖ ਹੈ। ਅਤੇ ਦੇਖੋ ਜਿਹੜੇ ਲੋਕ ਰੱਖੜੀਆਂ ਬੰਨ੍ਹਦੇ ਆ ਅਤੇ ਜਦੋਂ ਧਾੜ ਵੀ ਆਉਂਦੇ ਸਨ ਬਾਹਰ ਦੇ, ਉਹ ਵੀ ਪਿੱਛੇ ਹਟ ਜਾਂਦੇ ਸਨ, ਉਹ ਵੀ ਆਪਣੀ ਜਾਨ ਬਚਾ ਕੇ ਭੱਜ ਜਾਂਦੇ ਸਨ। ਪਰ ਜਿਹੜੇ ਵੀਰ ਜਿਨ੍ਹਾਂ ਦੇ ਗੁੱਟਾਂ ਦੇ ਉੱਤੇ ਕਦੀ ਕਿਸੇ ਨੇ ਰੱਖੜੀ ਨਹੀਂ ਸੀ ਬੰਨ੍ਹੀ, ਉਹ ਤਲਵਾਰਾਂ ਲੈ ਕੇ, ਸ਼ਸਤਰ ਲੈ ਕੇ ਉਹਨਾਂ ਦੀ ਪੱਤ ਦੀ ਰਾਖੀ ਕਰਨ ਵਾਸਤੇ ਸਤਲੁਜ ਨਹੀਂ ਸੀ ਉਹਨਾਂ ਧਾੜਵੀਆਂ ਨੂੰ ਪਾਰ ਕਰਨ ਦਿੰਦੇ ਸੀ। ਐਸੇ ਉਹ ਸੂਰਮੇ ਸਨ ਜਿਨ੍ਹਾਂ ਨੇ ਬਿਨਾਂ ਕਿਸੇ ਰੱਖੜੀ ਤੋਂ, ਬਿਨਾਂ ਕਿਸੇ ਧਾਗੇ ਤੋਂ ਸਾਰਿਆਂ ਮਨੁੱਖਤਾ ਨੂੰ ਇੱਕ ਜਾਣ ਕੇ ਜਿਨ੍ਹਾਂ ਦੀ ਰੱਖਿਆ ਕੀਤੀ ਹੈ। ਐਸਾ ਜਿਹੜਾ ਸਿਧਾਂਤ, ਇਹ ਗੁਰਮਤ ਦਾ ਸਿਧਾਂਤ ਨਹੀਂ ਹੈ ਰੱਖੜੀ ਬੰਨ੍ਹਣਾ, ਪਰ ਹਰ ਕਿਸੇ ਦੀ ਮਦਦ ਕਰਨਾ, ਹਰ ਕਿਸੇ ਨਾਲ ਪਿਆਰ ਨਾਲ ਰਹਿਣਾ, ਇਹ ਗੁਰਮਤ ਦਾ ਸਿਧਾਂਤ ਹੈ। ਇਹਨੂੰ ਚਿੱਤ 'ਚ ਵਸਾਈਏ। ਰਖਵਾਲਾ ਪਰਮਾਤਮਾ ਨੂੰ, ਰਖਵਾਲਾ ਗੁਰੂ ਨੂੰ ਜਾਣੀਏ ਕਿ ਗੁਰੂ ਸਾਡਾ ਰੱਖਿਆ ਕਰਨ ਵਾਲਾ ਹੈ, ਗੁਰੂ ਸਾਨੂੰ ਜਿਹੜਾ ਹੈ ਬਚਾਉਣ ਵਾਲਾ ਹੈ। ਗੁਰੂ 'ਤੇ ਭਰੋਸਾ ਰੱਖੀਏ। ਇੰਨੀਆਂ ਕਿ ਬੇਨਤੀਆਂ ਪ੍ਰਵਾਨ। ਬੁਲਾਓ।